ਇਹ ਜਿਹੜਾ ਸ਼ਬਦ ਹੈ ਅੱਗੇ, ਇਹ ਸੁਭਾਅ ਦੀ ਤਬਦੀਲੀ ਵਾਲਾ ਸ਼ਬਦ ਹੈ ਵੀ ਜਦੋਂ ਪਹਿਲਾਂ ਮੈਂਟੈਲਿਟੀ ਕੁਝ ਹੋਰ ਸੀ, ਹੁਣ ਮੈਂਟੈਲਿਟੀ ਕੁਝ ਹੋਰ ਹੋ ਗਈ ਹੈ। ਇਹ ਸ਼ਬਦ ਔਖਾ ਹੈ। ਗੁਰਬਾਣੀ ਦੇ ਵਿੱਚੋਂ ਜਿਨ੍ਹਾਂ ਨੇ ਜ਼ਿਆਦਾ ਗੁਰਬਾਣੀ ਪੜ੍ਹੀ ਹੋਵੇਗੀ ਉਹਨਾਂ ਨੂੰ ਸਮਝ ਆਉਂਦਾ ਹੈ ਇਹ ਸ਼ਬਦ। ਮੈਂ ਇਸ ਗੱਲ ਦੀ ਬੇਨਤੀ ਕਰਦੇ ਹਾਂ, ਫਿਰ ਵੀ ਕੋਸ਼ਿਸ਼ ਕਰਾਂਗਾ ਆਪ ਜੀ ਦੇ ਅੱਗੇ ਰੱਖਣ ਦੀ। ਆਸਾ ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੇ। ਇਹ ਇੱਕ ਜ਼ਿੰਦਗੀ ਗੁਰਮਤ ਕਹਿੰਦੀ ਹੈ ਵੀ ਬੰਦੇ ਦੀ ਜ਼ਿੰਦਗੀ ਨਾ ਇੱਕ ਰਿਦਮ ਦੇ ਵਿੱਚ ਹੁੰਦੀ ਹੈ, ਇੱਕ ਮਿਊਜ਼ਿਕ ਹੈ ਜ਼ਿੰਦਗੀ। ਜੇ ਮਿਊਜ਼ਿਕ ਦੇ ਵਿੱਚ ਨਹੀਂ ਹੈ ਨਾ ਤਾਂ ਬਸ ਬੇਤਾਲਾ ਜਿਹਾ ਹੋਇਆ ਹੈ। ਨਾਮੋਂ ਭੁੱਲਾ ਜੱਗ ਫਿਰੈ ਬੇਤਾਲਿਆ। ਬੇਤਾਲੇ ਦਾ ਮਤਲਬ ਹੁੰਦਾ ਵੀ ਰਿਦਮ ਤੋਂ ਬਾਹਰ। ਜਿੱਦਾਂ ਆਰਮੀ ਚੱਲਦੀ ਹੈ ਤੇ ਰਿਦਮ ਦੇ ਵਿੱਚ ਚੱਲਦੀ ਹੈ, ਜਦੋਂ ਪਰੇਡ ਕਰਦੀ ਹੈ ਮਿਊਜ਼ਿਕ ਗਾਇਆ ਜਾਂਦਾ ਤੇ ਇੱਕ ਰਿਦਮ ਦੇ ਵਿੱਚ ਗਾਇਆ ਜਾਂਦਾ। ਤੇ ਉਹਨੇ ਗਾਉਣ ਵਾਲਿਆਂ ਦੇ ਵਿੱਚ ਇੱਕ ਹੀ ਬੰਦਾ ਵੱਖਰਾ ਗਾਈ ਜਾ ਰਿਹਾ ਹੋਵੇ ਤੇ ਸਾਰੇ ਕੰਮ ਬੇਸੁਰਾ ਕਰਕੇ ਰੱਖ ਦਿੰਦਾ। ਉਹਨੇ ਚੱਲਣ ਵਾਲਿਆਂ ਦੇ ਵਿੱਚੋਂ ਇੱਕ ਦੇ ਬੂਟ ਦੀ ਆਵਾਜ਼ ਵੱਖਰੀ ਆ ਰਹੀ ਹੋਵੇ, ਉਹ ਸਾਰਿਆਂ ਦਾ ਹੀ ਮਜ਼ਾ ਕਿਰਕਰਾ ਕਰਕੇ ਰੱਖ ਦਿੰਦਾ। ਇਸ ਕਰਕੇ ਕੀ ਹੈ ਵੀ ਹੈ ਤੇ ਮਨ ਅਸਲ ਦੇ ਵਿੱਚ ਰਿਦਮ ਦੇ ਵਿੱਚ ਚੱਲਦਾ ਹੈ, ਪਰ ਮਨ ਨੂੰ ਹੋਰ ਬੜੀਆਂ ਚੀਜ਼ਾਂ ਚੰਬੜੀਆਂ ਹੋਈਆਂ ਨੇ ਜਿਹਦੇ ਕਰਕੇ ਮਨ ਨੂੰ ਰਿਦਮ ਤੋਂ ਹਿਲਾ ਕੇ ਰੱਖ ਦਿੰਦੀਆਂ ਨੇ। ਉਹ ਕਿਹੜੇ ਕਿਹੜੇ ਸੁਭਾਅ ਨੇ ਮਨ ਦੇ, ਤੇ ਉਹ ਸੁਭਾਅ ਫਿਰ ਬਦਲੇ ਕਿੱਦਾਂ ਨੇ। ਬਾਬਾ ਕਬੀਰ ਕਹਿੰਦੇ ਨੇ ਮਨ ਦਾ ਹਾਥੀ ਵਰਗਾ ਸੁਭਾਅ ਰਬਾਬ ਵਜਾ ਰਿਹਾ ਹੈ। ਹਾਥੀ ਵਰਗਾ ਸੁਭਾਅ ਕੀ ਹੈ? ਗੁਰਬਾਣੀ ਦੇ ਵਿੱਚ ਉਹਨੂੰ ਇੱਦਾਂ ਬੋਲਿਆ ਗਿਆ ਹੈ ਕਿ ਮਨ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸਾ ਕਿਉਂ ਕਹਿ ਜਾਏ। ਕੁਝ ਗੱਲਾਂ ਹੁੰਦੀਆਂ ਨੇ ਬਰੀਕ ਬੁੱਧੀ ਦੇ ਨਾਲ ਸਮਝਣੀਆਂ ਹੁੰਦੀਆਂ ਨੇ, ਸਮਝ ਦੇ ਨਾਲ ਸਮਝਣੀਆਂ ਹੁੰਦੀਆਂ ਨੇ। ਹਰ ਮੋਟਾ ਬੰਦਾ ਉਹਨਾਂ ਨੂੰ ਸਮਝ ਨਹੀਂ ਸਕਦਾ। ਤਾਂ ਅਸੀਂ ਅਕਸਰ ਕਿਸੇ ਨੂੰ ਕਹਿੰਦੇ ਹੁੰਦੇ ਹਾਂ ਵੀ ਤੇਰੀ ਮੱਤ ਏਡੀ ਮੋਟੀ ਹੈ ਵੀ ਤੇਰੇ ਗੱਲ ਪੱਲੇ ਨਹੀਂ ਪੈਂਦੀ। ਉਹ ਜਦੋਂ ਮੋਟੀ ਮੱਤ ਵਾਲਾ ਕਿਸੇ ਦੇ ਨਾਲ ਤੁਲਨਾ ਦਿੱਤੀ ਜਾਂਦੀ ਹੈ ਤੇ ਫਿਰ ਉਹਨੂੰ ਕਹਿੰਦੇ ਵੀ ਇਹਦੀ ਮੱਤ ਜਿਹੜੀ ਆ ਨਾ ਹਾਥੀ ਜਿੰਨੀ ਮੋਟੀ ਹੈ। ਹੁਣ ਬਾਬਾ ਕਬੀਰ ਕੀ ਕਹਿੰਦੇ? ਫੀਲ ਰਬਾਬੀ। ਫੀਲ ਦਾ ਮਤਲਬ ਹੁੰਦਾ ਹੈ ਹਾਥੀ। ਹਾਥੀ ਵਰਗੀ ਜਿਹੜੀ ਮੋਟੀ ਮੱਤ ਸੀ ਨਾ, ਜਿਹਨੂੰ ਅਸਰ ਨਹੀਂ ਹੁੰਦਾ, ਜਿਹਨੂੰ ਛੇਤੀ ਪਤਾ ਹੀ ਨਹੀਂ ਸੀ ਲੱਗਦਾ, ਉਹ ਕਹਿੰਦੇ ਕਮਾਲ ਦੀ ਰਬਾਬ ਵਜਾ ਰਿਹਾ ਹੈ। ਉਹ ਮਨ ਉਹ ਰਿਦਮ ਦੇ ਵਿੱਚ ਆ ਗਿਆ। ਮਤਲਬ ਮੋਟੀ ਮੱਤ ਜਿਹੜੀ ਸੀ ਉਹ ਕੰਟਰੋਲ ਦੇ ਵਿੱਚ ਆ ਗਈ। ਬਲਦ ਪਖਾਵਜ, ਬਲਦ ਔਕਸ ਜਿਹਨੂੰ ਕਹਿੰਦੇ ਨੇ, ਉਹ ਕੀ ਹੈ? ਗੁਰਬਾਣੀ ਦੇ ਵਿੱਚ ਇਹਨੂੰ ਇੱਦਾਂ ਵੀ ਬੋਲਿਆ ਹੈ ਕਿ ਬਲਦ ਦਾ ਮਤਲਬ ਹੈ ਸਿਰਫ ਫਜ਼ੂਲ ਦਾ ਭਾਰ ਢੋਣਾ। ਤੁਸੀਂ ਵੇਖਦੇ ਜੇ ਸ਼ਹਿਰਾਂ ਦੇ ਵਿੱਚ ਗੱਡਿਆਂ ਦੇ ਪਿੱਛੇ, ਗੱਡਿਆਂ ਦੇ ਅੱਗੇ ਜੋਏ ਹੁੰਦੇ ਨੇ ਤਾਂ ਗੱਡਿਆਂ ਦੇ ਉੱਤੇ ਸਮਾਨ ਲੱਦਿਆ ਇੱਧਰੋਂ ਇੱਧਰ ਤੇ ਉੱਧਰੋਂ ਇੱਧਰ, ਕੰਮ ਹੀ ਉਹਨਾਂ ਦਾ ਇਹ ਹੈ। ਫਿਰ ਜੇ ਕਿਤੇ ਬਹਿ ਗਏ ਉੱਥੇ ਵੀ ਡਾਂਗਾਂ ਵੱਜਣੀਆਂ, ਇੱਥੇ ਜ਼ਿੰਦਗੀ ਨਿਕਲ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਜਿਹੜੇ ਮਨ ਦਾ ਸੁਭਾਅ ਸਿਰਫ ਇੱਦਾਂ ਸੀ ਵੀ ਉਹਦੀ ਗੱਲ ਚੁੱਕਣੀ ਆ ਤੇ ਉਹਦੇ ਤੱਕ ਛੱਡ ਆਉਣੀ ਆ, ਤੇ ਉਹਦੀ ਗੱਲ ਚੁੱਕਣੀ ਆ ਤੇ ਉਹਦੇ ਤੱਕ ਛੱਡ ਆਉਣੀ ਆ। ਬਲਦ ਪਖਾਵਜ, ਉਹ ਕਹਿੰਦੇ ਮਨ ਨੇ ਉਹ ਗੱਲਾਂ ਛੱਡਦੀਆਂ ਤੇ ਪਖਾਵਜ ਵਜਾ ਰਿਹਾ ਹੈ। ਤਬਲੇ ਦਾ, ਢੋਲਕੀ ਦਾ ਇੱਕ ਰੂਪ ਹੈ, ਇਸ ਰੂਪ ਦੇ ਵਿੱਚ ਇਹ ਵੱਜਦੇ ਨੇ। ਬਲਦ ਪਖਾਵਜ, ਕਊਆ ਤਾਲ ਵਜਾਵੇ। ਕਾਂ ਵੀ ਇੱਕ ਬਿਰਤੀ ਹੈ, ਸੁਭਾਅ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਅਸਲ ਦੇ ਵਿੱਚ ਕਾਉ ਕਪੂਰ ਨਾ ਚੱਖਈ, ਦੁਰਗੰਧ ਸੁਖਾਵੇ। ਕਹਿੰਦੇ ਤੁਸੀਂ ਕਿਤੇ ਵੇਖ ਲਿਓ, ਵੈਸੇ ਮੱਖੀ ਦਾ ਵੀ ਸੁਭਾਅ ਹੈ। ਕਹਿੰਦੇ ਕਿ ਕਾਂ ਦੇ ਲਾਗੇ ਤੁਸੀਂ ਕਪੂਰ ਰੱਖ ਦਿਓ ਤੇ ਇੱਕ ਪਾਸੇ ਗੰਦਗੀ ਦਾ ਢੇਰ ਰੱਖ ਦਿਓ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਵੀ ਕਾਂ ਨੂੰ ਵੀ ਭਾਈ ਆ ਗੰਦਗੀ ਦਾ ਢੇਰ ਹੀ ਤੇ ਆ ਕਪੂਰ ਦਾ ਢੇਰ ਹੈ, ਉਹ ਆਪਣੇ ਆਪ ਹੀ ਗੰਦਗੀ 'ਚ ਮੂੰਹ ਮਾਰੇਗਾ। ਬਾਬਾ ਕਬੀਰ ਕਹਿੰਦੇ ਜਿਹੜੇ ਸੁਭਾਅ ਦਾ ਵਾਰ-ਵਾਰ ਜੀ ਕਰਦਾ ਸੀ ਨਾ ਵੀ ਗੰਦਗੀ ਦੇ ਵੱਲ ਮੂੰਹ ਮਾਰਾਂ ਜਾ ਕੇ, ਤਾਲ ਵਜਾਵੇ, ਉਹ ਆਰਾਮ ਦੇ ਨਾਲ ਤਾਲ ਵਜਾ ਰਿਹਾ ਹੈ। ਪਖਾਵਜ ਵੱਜਦੀ ਹੋਵੇ, ਰਬਾਬ ਵੱਜਦੀ ਹੋਵੇ, ਤਾਲ ਵੱਜਦਾ ਪਿਆ ਹੋਵੇ, ਮਾਫ ਕਰਨਾ, ਇਹ ਜਿਹੜੀਆਂ ਜਦੋਂ ਚੀਜ਼ਾਂ ਵੱਜਦੀਆਂ ਨੇ ਨਾ ਇੱਕ ਰਿਦਮ ਬਣਦੀ ਹੈ, ਇੱਕ ਮਾਹੌਲ ਬਣਦਾ ਹੈ। ਪਰ ਜੇ ਹਰ ਕੋਈ ਆਪਣੀ ਆਪਣੀ ਵਜਾਈ ਜਾਵੇ ਨਾ ਢੋਲਕੀ, ਫਿਰ ਨਹੀਂ ਕੁਝ ਗੱਲ ਬਣਦੀ ਹੁੰਦੀ। ਇਸ ਕਰਕੇ ਜਦੋਂ ਅਸੀਂ ਮਿਊਜ਼ਿਕ ਨੂੰ ਸੁਣਦੇ ਹਾਂ ਤੇ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ। ਪਹਿਰ ਚੋਲ ਨਾ ਗਦਹਾ ਨਾਚੈ, ਭੈਂਸਾ ਭਗਤ ਕਰਾਵੇ। ਉਹਦਾ ਹਾਥੀ ਨੱਚੀ ਜਾਵੇ, ਕਾਂ ਨੱਚੀ ਜਾਵੇ, ਸਾਨੂੰ ਕੀ ਲੱਗੇ? ਸਾਡੇ ਨਾਲ ਮਤਲਬ ਥੋੜਾ ਵੀ ਕਾਂ ਨੱਚਦਾ ਪਿਆ ਤੇ ਬੜੀ ਵਧੀਆ ਗੱਲ ਹੋ ਰਹੀ ਹੈ, ਨੱਚੀ ਜਾਵੇ, ਅਗਲੇ ਦੀ ਮੌਜ ਹੈ। ਇਹ ਸਾਡੇ ਅੰਦਰ ਦੇ ਸੁਭਾਵਾਂ ਦੀ ਗੱਲ ਕੀਤੀ ਹੈ। ਸਾਡੇ ਅੰਦਰ ਕਿਹੜਾ ਹੈ ਜਿਹੜਾ ਅਸਲ ਦੇ ਵਿੱਚ ਗਧਾ ਬਣਿਆ ਪਿਆ ਹੈ? ਗਧੇ ਦਾ ਸੁਭਾਅ ਕੀ ਹੈ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਚੰਦਨ ਲੇਪ ਉਤਾਰਿਆ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਉਹਨੂੰ ਇੱਦਾਂ ਦਾ ਸੁਭਾਅ ਹੈ ਵੀ ਉਹਨੂੰ ਚੰਦਨ ਦੇ ਨਾਲ, ਚੰਦਨ ਮਲਿਆ ਹੋਵੇ ਇਹਦੇ ਸਰੀਰ ਦੇ ਉੱਤੇ ਵੀ ਹਾਂ ਹੁਣ ਤੇਰੇ ਵਿੱਚੋਂ ਸੁਗੰਧੀ ਆ ਜਾਏਗੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ 2 ਮਿੰਟ ਉਹਨੂੰ ਛੱਡੋ ਤੇ ਸਹੀ, ਉਹਨੇ ਉਸੇ ਸਵਾਰ ਜਾ ਕੇ ਲੇਟਣਾ। ਇਹ ਜਿਹੜਾ ਚੰਗੀਆਂ ਚੀਜ਼ਾਂ ਛੱਡ ਛੱਡ ਕੇ ਮਨ ਵਾਰ-ਵਾਰ ਉਧਰ ਲੇਟਦਾ ਸੀ ਨਾ ਜਾ ਕੇ ਸਵਾਹ ਦੇ ਵਿੱਚ, ਗੰਦਗੀ ਦੇ ਵਿੱਚ, ਹੁਣ ਇਸ ਮਨ ਨੇ ਨਾ ਚੋਲਾ ਪਾ ਲਿਆ ਹੈ।
ਇਸ ਗਧੇ ਵਾਲੇ ਸੁਭਾਅ ਨੇ ਚੋਲਾ ਪਾ ਲਿਆ ਹੈ। ਉਹ ਕਹਿੰਦਾ ਵੀ ਨਹੀਂ, ਹੁਣ ਨਹੀਂ ਲਿਬੜਨਾ, ਹੁਣ ਨਹੀਂ ਗੰਦਾ ਹੋਣਾ। ਪਹਿਰ ਚੋਲਨਾ ਗਧਾ ਨਾਚੈ, ਭੈਂਸਾ ਭਗਤ ਕਰਾਵੇ। ਹੁਣ ਭੈਂਸੇ ਦਾ ਸੁਭਾਅ ਗੁਰਬਾਣੀ ਦੇ ਵਿੱਚ, ਝੋਟਾ ਜਿਹਨੂੰ ਕਿਹਾ ਜਾਂਦਾ, ਭੈਂਸੇ ਦਾ ਸੁਭਾਅ ਗੁਰਬਾਣੀ 'ਚ ਬੋਲਿਆ ਹੈ, ਮਾਤਾ ਭੈਂਸਾ ਅਮੋਹਾ ਜਾਏ। ਮਤਲਬ ਕੁਦਰਤੀ ਤੌਰ ਦੇ ਉੱਤੇ ਉਹਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਆ ਵੀ ਜਦੋਂ ਕਿਤੇ ਉਹਦਾ ਉਹ ਜ਼ੋਰ ਨਹੀਂ ਨਾ ਟਿਕਦਾ ਪਿਆ, ਉਹਦੇ ਕੋਲੋਂ ਥੰਮਿਆ ਨਹੀਂ ਜਾ ਰਿਹਾ ਆਪਣਾ ਆਪ, ਫਿਰ ਉਹਨੇ ਨਹੀਂ ਵੇਖਣਾ ਵੀ ਮੇਰੇ ਉੱਤੇ ਭਾਰ ਲੱਦਿਆ ਹੈ ਤੇ ਲੱਦੇ ਭਾਰ ਦਾ ਨੁਕਸਾਨ ਹੋ ਰਿਹਾ, ਉਹਨੇ ਧੱਕਾ ਲਾਈ ਜਾਣਾ ਬਸ। ਫਿਰ ਮਤਲਬ ਰੁਕਣਾ ਨਹੀਂ ਉਹਨੇ। ਅਮੂਹਾ, ਜੇ ਉਹਨੇ ਵੇਖਿਆ ਵੀ ਪਿੱਛੇ ਜਿਹੜਾ ਲੱਦਿਆ ਸਮਾਨ ਸੀ ਟੁੱਟ ਗਿਆ ਹੈ, ਕਿਸੇ ਵੇਲੇ ਤਾਂ ਇੱਦਾਂ ਹੁੰਦਾ ਵੀ ਜਿਹੜੇ ਰੇੜੇ ਦੇ ਵਿੱਚ ਅੱਗੇ ਉਹਨੂੰ ਦਿੱਤਾ ਹੁੰਦਾ ਉਹ ਵੀ ਟੁੱਟ ਜਾਂਦਾ, ਉਹਨੇ ਬਸ ਤੁਰੀ ਜਾਣਾ। ਉਹ ਇਦਾਂ ਦੇ ਸੁਭਾਅ ਦੇ ਵਿੱਚ ਵੀ ਆਖੇ ਨਹੀਂ ਲੱਗਦਾ, ਅਮੋੜ ਹੋ ਗਿਆ, ਮੁੜਦਾ ਹੀ ਨਹੀਂ ਕਿਸੇ ਪਾਸੇ ਤੋਂ। ਦਾਤਾਰ ਕਹਿੰਦੇ ਨੇ ਭੈਂਸਾ ਭਗਤ ਕਰਾਵੇ। ਉਹ ਅਮੋੜ ਮਨ ਜਿਹੜਾ ਕਦੀ ਟਿਕਦਾ ਹੀ ਨਹੀਂ ਸੀ, ਉਹ ਮਨ ਹੁਣ ਭਗਤੀ ਕਰਦਾ ਪਿਆ ਹੈ। ਗੱਲ ਸਿਰਫ ਇੰਨੀ ਕੁ ਹੈ ਵੀ ਜਿਹੜੀਆਂ ਚਿੱਤ ਦੀਆਂ ਬਿਰਤੀਆਂ ਰਿਦਮ ਦੇ ਵਿੱਚ ਨਹੀਂ ਸੀ ਆਉਣ ਦਿੰਦੀਆਂ, ਉਹ ਸਾਰੀਆਂ ਇੱਕ ਰਿਦਮ ਦੇ ਵਿੱਚ ਆ ਗਈਆਂ ਨੇ। ਫਿਰ ਕੀ ਹੈ? ਰਾਜਾ ਰਾਮ ਕਕਰੀਆ ਬਰੇ ਪਕਾਏ। ਕੱਕਰ ਬੜੀ ਜ਼ਿਆਦਾ ਠੰਡ ਹੋਵੇ ਤੇ ਕਹਿੰਦੇ ਸਮਝ ਲਓ ਹੁਣ ਉਹਨੂੰ ਪਾਣੀ ਨੂੰ, ਕਿੱਦਾਂ ਦਾ ਵੀ ਪਾਣੀ ਹੋਵੇ, ਉਬਲਦੇ ਤੇਲ ਦੇ ਵਿੱਚ ਪਾ ਦਿਓ, ਖੌਲਦੇ ਤੇਲ ਦੇ ਵਿੱਚ ਪਾ ਦਿਓ ਤੇ ਪਾਣੀ ਤਾਂ ਉਸੇ ਵੇਲੇ ਜਿਹੜਾ ਛਿੱਟੇ ਮਾਰ ਕੇ ਬਾਹਰ ਆ ਜਾਂਦਾ। ਅਸੀਂ ਵੇਖਦੇ ਹੀ ਹਾਂ, ਸਾਡੇ ਘਰਾਂ 'ਚ ਰੋਜ਼ ਹੁੰਦਾ ਹੋਵੇਗਾ। ਗਿੱਲੇ ਬਰਤਨ 'ਚ ਮਾੜਾ ਜਿਹਾ ਤੇਲ ਪਾਤਾ ਤੇ ਉਹਨੇ ਕੀ ਕੀਤਾ, ਪਾਣੀ ਉਸੇ ਵੇਲੇ ਭੜਕਾ ਕੇ ਬਾਹਰ ਮਾਰਿਆ, ਕਿਉਂਕਿ ਸੁੱਕ ਜਾਂਦਾ ਹੈ ਪਾਣੀ ਜਲਦੀ, ਤੇਲ ਤਾਂ ਸੁੱਕੇਗਾ ਨਹੀਂ ਉੱਥੇ। ਅਸਲ ਦੇ ਵਿੱਚ ਕੀ ਹੈ ਵੀ ਬਾਬਾ ਕਬੀਰ ਕਹਿੰਦੇ ਇਹ ਤੇ ਰੱਬ ਨੇ ਇਦਾਂ ਦੀ ਖੇਡ ਵਰਤਾਤੀ ਹੈ ਵੀ ਸਾਨੂੰ ਤੇ ਲੱਗਦਾ ਨਹੀਂ ਸੀ ਵੀ ਅਸੀਂ ਬਦਲਾਂਗੇ, ਪਰ ਅਸੀਂ ਬਦਲ ਗਏ ਹਾਂ। ਕਹਿੰਦੇ ਤੇ ਇਦਾਂ ਦੀ ਗੱਲ ਹੋ ਗਈ ਹੈ ਵੀ ਜਿੱਦਾਂ ਕਿਸੇ ਨੇ ਕੱਕਰ ਦੇ ਵੜੇ ਪਕਾਤੇ ਹੋਣ, ਕੋਰਾ ਜਿਹਨੂੰ ਕਿਹਾ ਜਾਂਦਾ, ਵੀ ਠੰਡ ਦੇ ਵੜੇ ਪਕਾ ਦਿੱਤੇ। ਇਹ ਅੱਖਰੀ ਅਰਥਾਂ ਦੇ ਨਾਲੋਂ ਭਾਵ ਅਰਥਾਂ ਦੇ ਵਿੱਚ ਸਮਝਣ ਵਾਲੀ ਗੱਲ ਜ਼ਿਆਦਾ ਹੈ। ਕਿਨੈ ਬੁੱਝ ਨਹਾਰੇ ਖਾਏ, ਪਰ ਕਹਿੰਦੇ ਕੋਈ ਸਮਝਣ ਵਾਲਾ ਹੀ ਇਹਨਾਂ ਨੂੰ ਖਾਂਦਾ ਹੈ। ਹੁਣ ਜੇ ਖਾਣ ਵਾਲੇ ਹੁੰਦੇ ਤਾਂ ਫਿਰ ਤੇ ਬਾਬਾ ਕਬੀਰ ਇਹ ਕਹਿੰਦੇ ਵੀ ਖਾਣ ਵਾਲਾ ਖਾਂਦਾ ਇਹਨਾਂ ਨੂੰ, ਵੀ ਕੋਈ ਖਾਣ ਵਾਲਾ ਹੋਵੇਗਾ। ਕਿਉਂਕਿ ਦੋ ਤਰੀਕੇ ਦੇ ਪਦਾਰਥ ਹੁੰਦੇ ਨਾ, ਜਿਨ੍ਹਾਂ ਦੇ ਖਾਣ ਦੇ ਲਈ ਜਾਂ ਤੇ ਦੰਦਾਂ ਦੀ ਲੋੜ ਹੈ ਤੇ ਜਾਂ ਦੰਦਾਂ ਦੀ ਲੋੜ ਨਹੀਂ ਹੈ। ਤੇ ਜੇ ਤੇ ਬੰਦਾ ਖਾਣ ਜੋਗਾ ਹੋਵੇ ਤੇ ਖਾ ਲਵੇ। ਬਾਬਾ ਕਬੀਰ ਕਹਿੰਦੇ ਇਹ ਚੀਜ਼ ਖਾਧੀ ਤੇ ਜਾਂਦੀ ਹੈ, ਪਰ ਇਹ ਸਮਝ ਕੇ ਖਾਧੀ ਜਾਂਦੀ ਹੈ। ਇਹ ਜ਼ੁਬਾਨ ਦੇ ਨਾਲ ਤੇ ਦੰਦਾਂ ਨਾਲ ਨਹੀਂ ਖਾਧੀ ਜਾਣੀ, ਮੂੰਹ ਦੇ ਨਾਲ ਖਾਣ ਵਾਲੀ ਨਹੀਂ ਹੈ। ਇਹ ਸਮਝਣ ਵਾਲੀ ਚੀਜ਼ ਹੈ ਵੀ ਜ਼ਿੰਦਗੀ 'ਚ ਹੋਇਆ ਕਿੱਦਾਂ। ਰਹਾਉ ਬੈਠ ਸਿੰਘ ਘਰ ਪਾਨ ਲਗਾਵੇ, ਘੀਸ ਗਲੌਰੇ ਲਿਆਵੇ। ਸ਼ੇਰ ਦਾ ਸੁਭਾਅ ਦੋ ਪਾਸਿਆਂ ਤੋਂ ਵਰਤਿਆ ਜਾਂਦਾ ਹੈ। ਇੱਕ ਤਾਂ ਹੁੰਦਾ ਹੈ ਬਹਾਦਰੀ ਵਾਲਾ ਸੁਭਾਅ, ਵੀ ਠੀਕ ਹੈ ਜੀ ਉਹਦੇ ਵਿੱਚ ਬਹਾਦਰੀ ਹੈ, ਬੜੇ ਕਮਾਲ ਦੀ ਬਹਾਦਰੀ ਹੈ। ਪਰ ਦੂਜੇ ਪਾਸੇ ਉਹਦਾ ਸੁਭਾਅ ਹੈ ਨਿਰਦਇਤਾ ਵਾਲਾ। ਜਦੋਂ ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰਨੀ ਹੁੰਦੀ ਹੈ ਫਿਰ ਬਹਾਦਰੀ ਦੀ ਗੱਲ ਕਰਨੀ ਹੁੰਦੀ ਹੈ, ਜਦੋਂ ਨੈਗੇਟਿਵਿਟੀ ਦੀ ਗੱਲ ਕਰਨੀ ਹੈ ਫਿਰ ਨਿਰਦਇਤਾ ਦੀ ਗੱਲ ਕਰਨੀ ਹੁੰਦੀ। ਸਿੰਘਾਂ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਬਾਬਾ ਕਬੀਰ ਕਹਿੰਦੇ ਨੇ, ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ ਜੋ ਆਪ ਜੀ ਦੇ ਸਾਹਮਣੇ ਰੱਖਿਆ ਹੈ। ਕਹਿੰਦੇ ਅਸਲ ਦੇ ਵਿੱਚ ਜਦੋਂ ਬਿਰਤੀ ਅੰਦਰ ਸ਼ੇਰ ਦੀ ਭੁੱਖ ਵਾਲੀ ਹੋ ਜਾਵੇ ਨਾ, ਤੇ ਉਹਦਾ ਵੀ ਮੂੰਹ ਮਾਰ ਲਵਾਂ, ਉੱਥੋਂ ਵੀ ਮੂੰਹ ਮਾਰ ਕੇ ਉਹਨੂੰ ਵੀ ਪਾੜ ਦੇਵਾਂ, ਇਹਨੂੰ ਵੀ ਪਾੜ ਦੇਵਾਂ, ਉਹਦਾ ਕੰਮ ਕੀ ਹੁੰਦਾ? ਉਹਨੇ ਤਰਸ ਥੋੜ੍ਹਾ ਕਰਨਾ। ਫਿਰ ਬੇਤਰਸੀ ਜਿਹੜੀ ਸੀ ਨਾ ਜ਼ਿੰਦਗੀ ਦੇ ਵਿੱਚ, ਉਹ ਕੀ ਕਰਦੀ ਪਈ ਹੈ? ਉਹ ਦਇਆ 'ਚ ਬਦਲ ਗਈ ਹੈ। ਹੁਣ ਪਹਿਲਾਂ ਮੈਨੂੰ ਤਰਸ ਨਹੀਂ ਸੀ ਆਉਂਦਾ ਵੀ ਕੋਈ ਔਖਾ ਹੋਵੇਗਾ, ਕੋਈ ਦੁਖੀ ਹੋਵੇਗਾ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਨਾਲ ਬੁਰਾ ਨਹੀਂ ਕਰਨਾ। ਪਹਿਲਾਂ ਮੇਰਾ ਜੀਅ ਨਹੀਂ ਸੀ ਕਰਦਾ, ਪਹਿਲਾਂ ਮੈਂ ਸੋਚਦਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਨੂੰ। ਕਿੰਨੇ ਕੁ ਬੰਦੇ ਸੋਚਦੇ ਨੇ, ਵੇਖ ਲਓ ਤੁਸੀਂ। ਹੋਇਆ ਕੀ? ਬਾਬਾ ਕਬੀਰ ਕਹਿੰਦੇ ਬੈਠ ਸਿੰਘ ਘਰ ਪਾਨ ਲਗਾਵੇ। ਉਹ ਤੇ ਸਮਝ ਲਓ ਵੀ ਹੁਣ ਸ਼ੇਰ ਪਾਨ ਥੋੜ੍ਹਾ ਖਾਵੇਗਾ, ਸ਼ੇਰ ਤੇ ਮਾਸ ਖਾਂਦਾ ਹੈ। ਗੱਲ ਕੀ ਹੈ? ਨਿਰਦਇਤਾ ਵਾਲਾ ਸੁਭਾਅ ਹਲੀਮੀ ਦੇ ਵਿੱਚ ਆ ਗਿਆ ਹੈ, ਹਮਦਰਦੀ ਦੇ ਵਿੱਚ ਆ ਗਿਆ ਹੈ, ਦਇਆ ਦੇ ਵਿੱਚ ਆ ਗਿਆ ਹੈ। ਘੀਸ ਗਲੌਰੇ ਲਿਆਵੇ, ਇਹਦਾ ਭਾਵ ਅਸਲ ਦੇ ਵਿੱਚ ਇਹ ਹੈ ਜਿਹੜੀ ਕਿਰਲੀ ਹੁੰਦੀ ਹੈ, ਲਿਜ਼ਰਡ ਜਿਹਨੂੰ ਕਿਹਾ ਜਾਂਦਾ, ਉਹ ਕੀ ਹੁੰਦਾ? ਉਹਨੇ ਹੁਣ ਵੇਖੋ ਤੁਸੀਂ ਕੀ ਕੀ ਕਰਦੀ ਫਿਰਦੀ ਹੈ। ਉਹ ਕੰਧਾਂ ਦੇ ਨਾਲ ਰਗੜ ਰਗੜ ਕੇ ਚੱਲਦੀ ਹੈ ਨਾ ਆਪਣੇ ਆਪ ਨੂੰ, ਉੱਥੇ ਚੱਲਦੀ ਹੈ। ਉਹਦਾ ਭਾਵ ਆ ਵੀ ਉਹ ਪਾਨਾਂ ਦੇ ਬੀੜੇ ਲਗਾ ਰਹੀ ਹੈ। ਮਤਲਬ ਜਿਹੜੀ ਰਿੜਨ ਵਾਲੀ ਬਿਰਤੀ ਸੀ ਨਾ ਹਰ ਥਾਂ ਦੇ ਉੱਤੇ, ਵੀ ਬਸ ਲੇਟੀ ਜਾਣਾ ਹੈ। ਇਹ ਕੁਝ ਸ਼ਬਦ ਸਿੱਧੇ ਸਿੱਧੇ ਪੰਜਾਬੀ ਦੇ ਨੇ, ਵੀ ਮਤਲਬ ਉੱਠਦੀ ਨਹੀਂ ਸੀ ਆਪਣੇ ਆਪ ਨੂੰ, ਉੱਚਾ ਹੀ ਨਹੀਂ ਸੀ ਸਮਝਦੀ, ਥੱਲੇ ਥੱਲੇ ਜ਼ਮੀਨ ਦੇ ਉੱਤੇ ਰੇਂਗੀ ਜਾਣ ਵਾਲਾ ਹਿਸਾਬ ਹੋ ਗਿਆ ਨਾ। ਬਾਬਾ ਕਬੀਰ ਕਹਿੰਦੇ ਉਹ ਹੁਣ ਕੀ ਕਰਦੀ ਪਈ ਹੈ? ਉਹ ਬਿਰਤੀ ਵੀ ਸੇਵਾ ਦੇ ਵਿੱਚ ਆ ਗਈ ਹੈ। ਫਿਰ ਨਾਲ ਕੀ ਹੈ? ਘਰ ਘਰ ਮੁਸਰੀ ਮੰਗਲ ਗਾਵੇ, ਕਛੂਆ ਸੰਖ ਬਜਾਵੇ। ਚੂਹੇ, ਸਪੀਡ ਬੜੀ ਹੁੰਦੀ ਹੈ ਨਾ ਇਹਨਾਂ ਦੀ। ਇੱਦਾਂ ਸਾਡੇ ਇੰਦਰੇ ਜਿਹੜੇ ਹੁੰਦੇ ਨੇ, ਗਿਆਨ ਇੰਦਰੇ ਤੇ ਕਰਮ ਇੰਦਰੇ। ਅੱਖਾਂ, ਕਿੰਨਾ ਕੁ ਸਮਾਂ ਲੱਗਦਾ ਇਹਨਾਂ ਨੂੰ ਡਾਇਰੈਕਸ਼ਨ ਚੇਂਜ ਕਰਦਿਆਂ ਨੂੰ? ਤੁਸੀਂ ਵੇਖੋ, ਤੁਸੀਂ ਇੱਧਰੋਂ ਮੇਰੇ ਵੱਲ ਵੇਖ ਕੇ ਦੂਜੇ ਪਾਸੇ ਵੇਖਣਾ ਸ਼ੁਰੂ ਕਰੋਗੇ ਤੇ ਕਿੰਨਾ ਕੁ ਸਮਾਂ ਲੱਗੇਗਾ। ਜਿੱਦਾਂ
ਉਹਨਾਂ ਚੂਹੀਆਂ ਦੀ ਸਪੀਡ ਬੜੀ ਹੁੰਦੀ ਹੈ ਨਾ, ਬਾਬਾ ਕਬੀਰ ਕਹਿੰਦੇ ਨੇ ਇਦਾਂ ਇੰਦਰੀਆਂ ਦੀ ਸਪੀਡ ਹੈ, ਇਦਾਂ ਇੰਦਰੀ ਤੇਜ਼ ਚੱਲਦੇ ਨੇ। ਕੰਨ ਨੇ ਉਹ ਦੂਰ ਬੈਠੀ ਆਵਾਜ਼ ਵੀ ਕਿੱਡੀ ਜਲਦੀ ਸੁਣ ਲਈ, ਸਮਾਂ ਹੀ ਨਹੀਂ ਲੱਗਾ। ਘਰ ਘਰ ਮੁਸਰੀ ਮੰਗਲ ਗਾਵੇ, ਜਿਹੜੀਆਂ ਬਿਰਤੀਆਂ ਮੇਰੇ ਜਿਹੜੇ ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ ਇੱਧਰ ਉੱਧਰ ਭੱਜੇ ਫਿਰਦੇ ਸੀ ਨਾ, ਉਹ ਕਹਿੰਦੇ ਹੁਣ ਟਿਕ ਕੇ ਤੇ ਰੱਬ ਦਾ ਗੀਤ ਗਾ ਰਹੇ ਨੇ। ਹੁਣ ਨਹੀਂ ਦੌੜਦੇ, ਹੁਣ ਟਿਕ ਜਾਂਦੇ ਨੇ। ਟਿਕਣਾ ਵੀ ਇੱਕ ਸੁਭਾਅ ਹੈ ਇਹਨਾਂ ਦਾ। ਕਛੂਆ ਸੰਖ ਬਜਾਵੇ, ਤੇ ਜਿਹੜਾ ਕਛੂ ਕੁੰਮਾ ਅੰਦਰ ਦੀ ਇੱਕ ਬਿਰਤੀ ਹੈ, ਅੰਦਰ ਦਾ ਇੱਕ ਸੁਭਾਅ ਹੈ, ਜਿਹੜਾ ਪਰੇ ਪਾਸੇ ਨੂੰ ਦੌੜਦਾ ਫਿਰਦਾ ਸੀ। ਤੁਸੀਂ ਵੇਖਿਆ ਹੋਵੇ ਨਾ, ਉਹ ਕੀ ਕਰਦਾ ਵੀ ਉਹਦੇ ਸਿਰ ਦੇ ਉੱਤੇ ਕਿਸੇ ਨੇ ਹੱਥ ਲਾਇਆ, ਸੋਟੀ ਲਾਈ, ਉਸੇ ਵੇਲੇ ਆਪਣਾ ਸਿਰਜਾ ਲੁਕਾ ਲੈਂਦਾ, ਉਹ ਆਪਣਾ ਖੋਲ ਜਿਹੜਾ ਅੱਗੇ ਕਰ ਲੈਂਦਾ। ਕੁਦਰਤੀ ਤੌਰ ਦੇ ਉੱਤੇ ਮਾਲਕ ਨੇ ਇਸ ਕਰਕੇ ਉਹਨੂੰ ਦਿੱਤਾ ਵੀ ਉਹਦਾ ਸਰੀਰ ਪ੍ਰੋਟੈਕਟ ਹੋ ਜਾਵੇ। ਜਦੋਂ ਸਾਡੇ ਸੁਭਾਅ ਦੇ ਵਿੱਚ ਇਹ ਗੱਲ ਇਹ ਆਉਂਦੀ ਹੈ ਵੀ ਮਹਾਰਾਜ ਨੇ ਕਿਹਾ ਸ਼ਬਦ ਸੁਣੋ ਤੇ ਕੰਨ ਵੱਟ ਲਏ ਵੀ ਹਾਏ ਕਿਤੇ ਕੰਨ 'ਚ ਸ਼ਬਦ ਨਾ ਪੈ ਜਾਵੇ। ਮਹਾਰਾਜ ਨੇ ਕਿਹਾ ਸੇਵਾ ਕਰੋ ਤੇ ਜਾਨ ਬਚਾ ਲਈ ਵੀ ਹਾਏ ਕਿਤੇ ਮੈਨੂੰ ਨਾ ਕੋਈ ਕੰਮ ਕਹਿ ਦੇਵੇ। ਉਹ ਕੀ ਹੁੰਦਾ, ਉਹ ਕੱਛੂ ਕੰਮੇ ਵਾਲੀ ਬਿਰਤੀ ਹੁੰਦੀ ਹੈ ਵੀ ਅੰਦਰ ਵਾੜ ਲਈ ਧੌਣ ਵੀ ਮੈਂ ਕਹੂੰਗਾ ਮੈਂ ਤਾਂ ਸੁਣਿਆ ਹੀ ਨਹੀਂ। ਇਹਨੂੰ ਮਹਾਰਾਜ ਕਹਿੰਦੇ ਨੇ ਕਛੂਆ ਸੰਖ ਬਜਾਵੇ। ਉਹ ਕਹਿੰਦਾ ਨਹੀਂ, ਮੈਂ ਆਪ ਆਉਣਾ ਅੱਗੇ, ਮੈਂ ਅੱਗੇ ਹੋ ਕੇ ਸੇਵਾ ਕਰਾਂਗਾ। ਉਹ ਬਿਰਤੀ ਖਤਮ ਕਰਤੀ ਮਹਾਰਾਜ ਨੇ। ਇਹ ਸਾਡੀਆਂ ਸੁਭਾਅ ਦੀਆਂ ਬਿਰਤੀਆਂ ਨੇ। ਮਹਾਰਾਜ ਐਵੇਂ ਨਹੀਂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਨੇ। ਮਾਲਕ ਨੂੰ ਅੰਦਰ ਦੀਆਂ ਬਿਰਤੀਆਂ ਨਜ਼ਰ ਆਉਂਦੀਆਂ ਨੇ ਵੀ ਇਹਦੇ ਅੰਦਰ ਕੀ ਚੱਲਦਾ ਪਿਆ ਹੈ। ਇਸ ਕਰਕੇ ਕਛੂਆ ਸੰਖ ਬਜਾਵੇ, ਬੰਸ ਕੋ ਪੂਤ ਬਿਆਹਨ ਚੱਲਿਆ, ਸੋਇਨੇ ਮੰਡਪ ਛਾਏ। ਹੁਣ ਵੈਸੇ ਬੰਸ ਦਾ ਮਤਲਬ ਇੱਥੇ ਹੈ ਬੇਅੰਸ਼, ਜਿਹਦੀ ਅੱਗੇ ਅੰਸ਼ ਨਹੀਂ ਚੱਲਦੀ, ਜਿਨ੍ਹਾਂ ਦਾ ਅੱਗੇ ਪਰਿਵਾਰ ਨਹੀਂ ਬਣਦਾ। ਹੁਣ ਤੁਸੀਂ ਹਾਜ਼ਰੀਆਂ ਭਰਨ ਵਾਲੇ ਜੇ, ਮੈਂ ਇਸ ਕਰਕੇ ਇਹ ਗੱਲ ਸਮਝਾ ਰਿਹਾ ਹਾਂ ਜੇ ਆਪ ਜੀ ਦੇ ਅੱਗੇ ਰੱਖ ਸਕਿਆ। ਤੇ ਇਸ ਦੁਨੀਆ ਨੂੰ ਬਣਾਉਣ ਵਾਲਾ ਹੈ ਰੱਬ, ਅਕਾਲ ਪੁਰਖ ਵਾਹਿਗੁਰੂ। ਉਹਨੇ ਫਿਰ ਕੀ ਕੀਤਾ, ਮਾਇਆ ਪੈਦਾ ਕੀਤੀ। ਸੰਸਾਰ ਦੀ ਮਾਇਆ ਵੀ ਮਾਲਕ ਨੇ ਪੈਦਾ ਕੀਤੀ। ਹੁਣ ਅਸੀਂ ਰੱਬ ਦੇ ਬੱਚੇ ਹਾਂ। ਅੱਜ ਜਿੰਨੀ ਸੰਤਾਨ ਹੈ ਸੰਸਾਰ ਦੇ ਵਿੱਚ, ਜੋ ਕੁਝ ਹੈ ਇਹ ਰੱਬ ਦਾ ਪੈਦਾ ਕੀਤਾ ਹੋਇਆ। ਗੁਰਬਾਣੀ ਕਹਿੰਦੀ ਹੈ ਰੱਬ ਕਰਤਾ ਪੁਰਖ ਹੈ। ਮਾਇਆ ਦਾ ਤੇ ਨਹੀਂ ਨਾ ਪੈਦਾ ਕੀਤਾ ਹੋਇਆ, ਇਹ ਰੱਬ ਦਾ ਪੈਦਾ ਕੀਤਾ ਹੋਇਆ ਹੈ। ਪਰ ਬੱਚੇ ਸਾਰੇ ਕਿਹਦੇ ਬਣੇ ਹੋਏ ਨੇ? ਬੱਚੇ ਸਾਰੇ ਮਾਇਆ ਦੇ ਬਣੇ ਹੋਏ ਨੇ, ਰੱਬ ਦਾ ਕੋਈ ਨਹੀਂ ਬਣਿਆ ਹੋਇਆ। ਇੱਦਾਂ ਕਹਿ ਲਓ ਵੀ ਮਾਇਆ ਨੇ ਅਡਾਪਟ ਕਰ ਲਏ ਨੇ, ਪੈਦਾ ਰੱਬ ਦੇ ਕੀਤੇ ਹੋਏ ਨੇ। ਹੁਣ ਕਹਿੰਦੇ ਨੇ ਵੀ ਜਿਹਦਾ ਆਪਣਾ ਕੋਈ ਬੱਚਾ ਨਹੀਂ ਨਾ, ਉਹ ਵਿਆਹੁਣ ਚੱਲਿਆ ਹੈ। ਮਤਲਬ ਮਾਇਆ ਜਿਹੜੀ ਸੀ, ਜਿਹਨੇ ਸਾਨੂੰ ਪੈਦਾ ਨਹੀਂ ਕੀਤਾ ਤੇ ਸਾਰੀ ਜ਼ਿੰਦਗੀ ਮਨ ਇਹਦੇ ਪ੍ਰਭਾਵ ਦੇ ਵਿੱਚ ਰਿਹਾ ਹੈ ਨਾ, ਹੁਣ ਮਨ ਜਿਹੜਾ ਹੈ ਨਾ ਉਹ ਇਸ ਪ੍ਰਭਾਵ ਨੂੰ ਛੱਡ ਕੇ ਤੇ ਅੱਗੇ ਨਿਕਲ ਗਿਆ ਹੈ। ਹੁਣ ਤੁਰ ਪਿਆ ਹੈ ਇਹਦਾ ਖੇੜਾ ਛੱਡ ਕੇ। ਬੰਸ ਕੋ ਪੂਤ ਬਿਆਹਨ ਚੱਲਿਆ, ਕਿ ਅਸਲ ਦੇ ਵਿੱਚ ਜਿਨ੍ਹਾਂ ਦੀ ਕੋਈ ਅੰਸ਼ ਨਹੀਂ, ਜਿਨ੍ਹਾਂ ਦੀ ਹੋਂਦ ਹੀ ਨਹੀਂ ਸੀ ਮੇਰੇ ਅੰਦਰ, ਉਹਨਾਂ ਨੂੰ ਛੱਡ ਦਿੱਤਾ ਹੈ ਤੇ ਮੈਂ ਵਿਆਹੁਣ ਦੇ ਲਈ ਤੁਰਿਆ ਹਾਂ। ਤੇ ਵਿਆਹੁਣ ਕੀ ਜਾ ਰਿਹਾ ਹੈ? ਸੋਇਨੇ ਮੰਡਪ ਛਾਏ। ਇਹਦਾ ਮਤਲਬ ਹੈ ਵੀ ਜਿੱਦਾਂ ਵਿਆਹ ਦੇ ਵਿੱਚ ਇੱਕ ਆਨੰਦ ਜਿਹਾ ਹੁੰਦਾ ਹੈ, ਮਾਹੌਲ ਬਣਿਆ ਹੁੰਦਾ, ਉਹ ਸਾਰਾ ਕੁਝ ਬਣਿਆ ਹੋਇਆ ਹੈ। ਤੇ ਫਿਰ ਇੰਨਾ ਕੁਝ ਤਿਆਰ ਕਰਕੇ ਵੀ ਸ਼ੇਰ ਵਾਲੀ ਨਿਰਦਇਤਾ ਛੱਡੀ ਮੈਂ, ਹਾਥੀ ਵਾਲੀ ਮੋਟੀ ਮੱਤ ਛੱਡੀ ਮੈਂ, ਫਿਰ ਇਹਦੇ ਤੋਂ ਇਲਾਵਾ ਕਾਂ ਵਾਲੀ ਗੰਦਗੀ ਵਾਲੀ ਬਿਰਤੀ ਛੱਡੀ। ਜਦੋਂ ਮੈਂ ਇਹ ਸਾਰਾ ਸੁਭਾਅ ਛੱਡਿਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਕੀ? ਉਹ ਕਹਿੰਦੇ ਨੇ ਬੰਸ ਕੋ ਪੂਤ ਬਿਆਹਨ ਚੱਲਿਆ, ਸੋਇਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਬੇਦੀ, ਸਸੈ ਸਿੰਘ ਗੁਣ ਗਾਏ। ਕਹਿੰਦੇ ਇਹ ਜਿੰਨੇ ਸੁਭਾਅ ਮੈਂ ਛੱਡੇ ਨਾ ਹੌਲੀ ਹੌਲੀ, ਤੇ ਮੈਂ ਇੱਕ ਸੁੰਦਰ ਕੰਨਿਆ ਦੇ ਨਾਲ ਵਿਆਹ ਕੀਤਾ। ਹੁਣ ਜੇ ਇੱਦਾਂ ਅਰਥ ਕਰ ਦਾਂਗੇ ਵੀ ਸੁੰਦਰ ਕੰਨਿਆ ਦੇ ਨਾਲ ਵਿਆਹ ਕੀਤਾ ਤੇ ਕੀ ਅਰਥ ਨਿਕਲਣਗੇ? ਗੱਲ ਤੇ ਸੁਭਾਅ ਦੀ ਹੈ। ਮੈਂ ਸੁਰਤ ਰੂਪੀ ਇੱਕ ਇਸਤਰੀ ਦੇ ਨਾਲ ਵਿਆਹ ਕੀਤਾ ਹੈ। ਮਤਲਬ ਸੁਰਤ ਨੂੰ ਵਿਆਹ ਕੇ ਲੈ ਕੇ ਆਇਆ ਹਾਂ ਆਪਣੇ ਘਰ। ਸਤਿਕਾਰਯੋਗ ਹੋ, ਜਿਹਦੇ ਨਾਲ ਅਸੀਂ ਵਿਆਹ ਕਰਦੇ ਹਾਂ ਉਹਨੂੰ ਆਪਣੇ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਉਂਦੇ ਹਾਂ। ਜਦੋਂ ਮੈਂ ਸੁਰਤ ਵਿਆਹ ਲਈ, ਇਹਦਾ ਮਤਲਬ ਹੈ ਸੁਰਤ ਮੇਰੇ ਘਰ ਦੇ ਵਿੱਚ ਰਹੇਗੀ। ਮਹਾਰਾਜ ਇਹੋ ਤੇ ਖੇਡ ਕਹਿੰਦੇ ਨੇ ਵੀ ਸੁਰਤ ਦੀ ਖੇਡ ਹੈ, ਸੁਰਤ ਤੁਹਾਡੇ ਨਾਲ ਰਹਿਣੀ ਚਾਹੀਦੀ ਹੈ। ਬਾਬਾ ਕਬੀਰ ਕਹਿੰਦੇ ਨੇ ਮਨ ਨੇ ਸਾਰੇ ਸੁਭਾਅ ਛੱਡੇ ਤੇ ਸੁਰਤ ਦਾ ਵਿਆਹ ਕਰ ਲਿਆ, ਸੁਰਤ ਦੇ ਨਾਲ ਵਿਆਹ ਕਰ ਲਿਆ। ਹੁਣ ਸੁਰਤ ਨਹੀਂ ਇਹਦੇ ਤੋਂ ਪਿੱਛੇ ਹੁੰਦੀ, ਸੁਰਤ ਨਹੀਂ ਛੱਡਦਾ ਇਹ ਮਨ। ਸਸੈ ਸਿੰਘ ਗੁਣ ਗਾਏ, ਇੱਕ ਪਾਸੇ ਹੋਵੇ ਸ਼ੇਰ ਤੇ ਇੱਕ ਪਾਸੇ ਹੋਵੇ ਸਇਆ, ਜਿਹਨੂੰ ਖਰਗੋਸ਼ ਕਹਿੰਦੇ ਨੇ। ਦੋਵਾਂ ਦਾ ਸੁਭਾਅ ਬਿਲਕੁਲ ਉਲਟ। ਮਤਲਬ ਇੱਦਾਂ ਕਹਿ ਲਓ ਵੀ ਬਿਲਕੁਲ ਉਲਟ ਚੱਲਣ ਵਾਲੇ ਜਿਹੜੇ ਚੀਜ਼ਾਂ ਸੀ ਨਾ ਮੇਰੇ ਮਨ ਦੇ ਅੰਦਰ, ਉਹ ਸਾਰੀਆਂ ਇੱਕ ਥਾਂ ਦੇ ਉੱਤੇ ਇਕੱਠੀਆਂ ਹੋ ਗਈਆਂ ਨੇ। ਜਿਹਨੂੰ ਮਹਾਰਾਜ ਕਹਿੰਦੇ ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਭਉ ਦੂਰ ਕੀਤੇ। ਹੁਣ ਸ਼ੇਰ ਤੇ ਬੱਕਰੀ ਇਕੱਠੇ ਇੱਕੋ ਥਾਂ ਤੇ ਕਿੱਦਾਂ ਰਹਿ ਜਾਣਗੇ? ਸ਼ੇਰ ਤੇ ਝਟ ਖਾ ਲਵੇਗਾ। ਪਰ ਗੱਲ ਕੀ ਹੈ, ਅੰਦਰ ਦੇ ਵਿੱਚ ਮੈਂ ਦਲੇਰੀ ਵੀ ਰੱਖੀ, ਅੰਦਰ ਦਇਆ ਵੀ ਰੱਖੀ। ਇਹ ਦੋਵੇਂ ਚੀਜ਼ਾਂ ਇਕੱਠੀਆਂ ਬੈਠੀਆਂ ਨੇ ਮੇਰੇ ਮਨ ਦੇ ਵਿੱਚ। ਸਸੈ ਸਿੰਘ ਗੁਣ ਗਾਏ, ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ।
ਇਹ ਤਾਂ ਕਹਿੰਦੇ ਇਦਾਂ ਦੀ ਅੰਦਰ ਦੀ ਖੇਡ ਹੋ ਗਈ ਹੈ ਵੀ ਵੇਖਣ ਨੂੰ ਲੱਗੇ ਵੀ ਝਾਟੀ ਗੱਲ ਹੋ ਗਈ ਹੈ ਵੀ ਲਓ ਜੀ ਇਹ ਤਾਂ ਬੜਾ ਸੌਖਾ ਹੋ ਗਿਆ ਨਾ, ਸੁਭਾਅ ਬਦਲ ਗਿਆ। ਬਾਬਾ ਕਬੀਰ ਕਹਿੰਦੇ ਇਦਾਂ ਦੀ ਗੱਲ ਹੈ, ਸਮਝ ਲਓ ਕਿਸੇ ਕੀੜੀ ਨੇ ਪਹਾੜ ਖਾ ਲਿਆ ਹੋਵੇ। ਕੀੜੀ ਵਿਚਾਰੀ ਪਹਾੜ ਦਾ ਤਿਣਕਾ ਲੈ ਕੇ ਜਾਵੇ ਤੇ ਸਾਰਾ ਦਿਨ ਲੰਘ ਜਾਂਦਾ ਉਹਦਾ, ਉਹਦੇ ਲਈ ਪਹਾੜ ਖਾਣਾ ਕੀ ਹੈ। ਮਤਲਬ ਅਸੰਭਵ ਗੱਲ ਸੰਭਵ ਹੋ ਗਈ। ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ, ਕਛੂਆ ਕਹਿ ਅੰਗਾਰ ਪੀ ਲੋਰੋਂ, ਲੂਕੀ ਸ਼ਬਦ ਸੁਨਾਇਆ। ਕਛੂ ਕੰਮੇ ਵਾਲੀ ਬਿਰਤੀ, ਕਛੂ ਕੰਮਾ ਹੁਣ ਸੁਭਾਵਿਕ ਜੀ ਗੱਲ ਹੈ, ਚਲੋ ਪਾਣੀ ਤੋਂ ਬਾਹਰ ਵੀ ਰਹਿੰਦਾ ਹੈ ਪਰ ਜ਼ਿਆਦਾ ਕਿੱਥੇ ਹੈ, ਪਾਣੀ ਦੇ ਵਿੱਚ ਰਹਿ ਰਿਹਾ ਹੈ। ਹੁਣ ਉਹ ਪਾਣੀ ਦਾ ਇੱਥੇ ਮਤਲਬ ਹੋ ਗਿਆ ਠੰਡ। ਠੰਡ ਦਾ ਮਤਲਬ ਹੋ ਗਿਆ ਜਿਹੜੀ ਬਿਰਤੀ ਆਲਸ ਵਾਲੀ ਹੈ, ਕਿਉਂਕਿ ਸੁਭਾਅ ਦੇ ਵਿੱਚ ਪਾਣੀ ਜ਼ਿਆਦਾ ਹੋਵੇਗਾ ਨਾ ਸਰੀਰ ਦੇ ਵਿੱਚ, ਤੇ ਉਹ ਕੀ ਹੁੰਦਾ, ਉਹ ਸੁਸਤੀ ਦਾ ਕਾਰਨ ਬਣ ਜਾਂਦਾ ਹੈ। ਇਹ ਰੀਜ਼ਨ ਹੁੰਦੇ ਨੇ ਸਰੀਰ ਦੇ ਤੱਤਾਂ ਦੇ। ਸਰੀਰ ਦੇ ਵਿੱਚ ਹਵਾ ਵਾਲਾ ਤੱਤ ਜ਼ਿਆਦਾ ਹੋਵੇਗਾ, ਸਰੀਰ ਦੌੜਿਆ ਫਿਰੇਗਾ। ਇਹ ਚਲੋ ਕੁਦਰਤੀ ਗੱਲਾਂ ਨੇ, ਇਹ ਬਾਅਦ ਦੀਆਂ ਵੱਖਰਾ ਵਿਸ਼ਾ ਹੈ। ਜਿਹੜੀ ਹਰ ਵੇਲੇ ਪਾਣੀ ਦੇ ਵਿੱਚ ਡਿੱਗੀ ਰਹਿਣ ਵਾਲੀ ਬਿਰਤੀ ਸੀ ਵੀ ਜਿੱਦਾਂ ਹੁਣ ਬੰਦੇ ਨੂੰ ਉੱਦਾਂ ਤੁਰਨਾ ਪਵੇ ਤੇ ਵੇਖੋ ਸੌਖਾ ਤੁਰ ਪੈਂਦਾ, ਤੇ ਜੇ ਪਾਣੀ ਦੇ ਵਿੱਚ ਚੱਲਣ ਨੂੰ ਕਿਸੇ ਨੂੰ ਕਹਿ ਦਿਓ ਤੇ ਉਹੀ ਸਪੀਡ ਘਟ ਜਾਂਦੀ ਹੈ ਬੰਦੇ ਦੀ। ਤੇ ਹੋਇਆ ਕੀ, ਬਾਬਾ ਕਬੀਰ ਕਹਿੰਦੇ ਨੇ ਵੀ ਜਿਹੜਾ ਕਛੂ ਕੰਮਾ ਮਨ ਹਰ ਵੇਲੇ ਪਾਣੀ ਦੇ ਵਿੱਚ ਫਸਿਆ ਰਹਿੰਦਾ ਸੀ, ਵੀ ਜਿਹਦੇ ਕੋਲ ਤੁਰਿਆ ਨਹੀਂ ਸੀ ਜਾਂਦਾ ਛੇਤੀ, ਉਹਦੀ ਸਪੀਡ ਬੜੀ ਘੱਟ ਹੁੰਦੀ ਹੈ। ਪਰ ਹੁੰਦਾ ਕੀ ਹੈ, ਅੰਗਾਰ ਪੀ ਲੋਰੋਂ, ਉਹ ਕਹਿੰਦਾ ਮੈਨੂੰ ਨਿੱਘ ਦਿਓ ਥੋੜ੍ਹਾ ਜਿਹਾ, ਮਤਲਬ ਮੈਨੂੰ ਥੋੜ੍ਹੀ ਜਿਹੀ ਤਕੜਾਈ ਦਿਓ ਕਿ ਮੈਂ ਬਾਹਰ ਨਿਕਲ ਕੇ ਚੱਲ ਸਕਾਂ। ਲੂਕੀ ਸ਼ਬਦ ਸੁਨਾਇਆ। ਦਾਤਾਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਹ ਲੁਕਵੇਂ ਭੇਦ ਵਾਲਾ, ਡੂੰਘੇ ਭੇਦ ਵਾਲਾ ਸ਼ਬਦ ਅਸੀਂ ਆਪ ਜੀ ਦੇ ਅੱਗੇ ਰੱਖ ਦਿੱਤਾ ਹੈ। ਮਤਲਬ ਗੁਰਬਾਣੀ ਦੇ ਉਹ ਸ਼ਬਦ ਜਿਨ੍ਹਾਂ ਦੇ ਅਰਥ ਕੁਝ ਹੋਰ ਨੇ, ਵੀ ਹਾਥੀ ਨੱਚਦਾ ਪਿਆ ਹੈ, ਭੈਂਸਾ ਭਗਤੀ ਕਰਦਾ ਪਿਆ ਹੈ, ਕਾਂ ਤਾਲ ਵਜਾ ਰਿਹਾ ਹੈ, ਕਿਆ ਕਮਾਲ ਦਾ ਜਥਾ ਬਣਿਆ ਪਿਆ ਨਾ ਜੋ ਸਾਡੇ ਸਾਹਮਣੇ ਇੱਦਾਂ ਗਾਉਣ ਲੱਗ ਪਵੇ ਵੀ ਜੰਗਲ 'ਚ ਕੀਰਤਨ ਹੋ ਰਿਹਾ। ਇੱਦਾਂ ਦੀ ਖੇਡ ਨਹੀਂ ਹੈ ਇਹ। ਅਸਲ 'ਚ ਅੰਦਰ ਦੇ ਸੁਭਾਅ ਹੈ ਵੀ ਅੰਦਰ ਦਾ ਕਾਂ ਕੀ ਕਰਦਾ ਪਿਆ ਹੈ, ਅੰਦਰ ਦਾ ਹਾਥੀ ਕੀ ਕਰਦਾ ਪਿਆ ਹੈ, ਅੰਦਰ ਦਾ ਸ਼ੇਰ ਕੀ ਕਰਦਾ ਪਿਆ ਹੈ। ਉਹ ਸਾਰੀ ਇੱਕ ਤਾਲ ਦੇ ਵਿੱਚ ਆ ਗਏ, ਇੱਕ ਰਿਦਮ ਦੇ ਵਿੱਚ ਆ ਗਏ ਤੇ ਕਮਾਲ ਦਾ ਸ਼ਬਦ ਚੱਲਦਾ ਪਿਆ ਹੈ। ਬਾਬਾ ਕਬੀਰ ਕਹਿੰਦੇ ਇਹ ਲੁਕਵੇਂ ਭੇਦ ਵਾਲਾ ਸ਼ਬਦ ਹੈ, ਪਰ ਇਹਦੀ ਸਮਝ ਉਹਨੂੰ ਹੀ ਆਉਣੀ ਹੈ ਜਿਹਨੇ ਬੁੱਝ ਲਿਆ ਹੈ। ਕਿਨੇ ਬੁੱਝਣ ਹਾਰੇ ਖਾਏ, ਕਿਸੇ ਬੁੱਝਣ ਵਾਲੇ ਨੂੰ ਹੀ ਇਹ ਗੱਲ ਸਮਝ